ਹੈਲੋ ਸਟੂਡੈਂਟਸ, ਵੈਲਕਮ ਟੂ ਮਾਈ YouTube ਚੈਨਲ। ਅੱਜ ਦਾ ਸਾਡਾ ਟੌਪਿਕ ਹੈਗਾ ਪ੍ਰੈਜੈਂਟੇਸ਼ਨ ਔਨ ਬ੍ਰੌਂਕੀਓਲਾਈਟਿਸ। ਇਸ ਦੇ ਵਿੱਚ ਮੈਂ ਤੁਹਾਨੂੰ ਦੱਸੂੰਗੀ ਬ੍ਰੌਂਕੀਓਲਾਈਟਿਸ ਕੀ ਹੁੰਦਾ, ਕੀ ਇਹਦੇ ਕੌਜ਼ਸ ਹੁੰਦੇ ਆ, ਸਾਈਨਮ ਸਿੰਪਟਮ, ਫੁੱਲ ਪ੍ਰੈਜੈਂਟੇਸ਼ਨ ਜਿਹੜੀ ਅਸੀਂ ਜੀਐਨਐਮ ਸੈਕੰਡ ਈਅਰ ਦੇ ਵਿੱਚ ਪ੍ਰੈਜੈਂਟੇਸ਼ਨ ਦਿੱਤੀਆਂ ਜਾਂਦੀਆਂ ਕਲਾਸ ਦੇ ਵਿੱਚ ਅਸੀਂ ਪ੍ਰੈਜੈਂਟ ਕਰਨੀ ਹੁੰਦੀ ਆ ਹੈ ਨਾ। ਉਸਦਾ ਸਾਰਾ ਕੰਟੈਂਟ ਮੈਂ ਤੁਹਾਨੂੰ ਦੱਸੂੰਗੀ ਕਿੱਦਾਂ ਪ੍ਰੈਜੈਂਟ ਕਰਨੀ ਹੁੰਦੀ ਹੈ ਇਹ, ਅਤੇ ਕਿੱਦਾਂ ਇਹਦਾ ਕੰਟੈਂਟ ਹੁੰਦਾ, ਕਿੱਦਾਂ ਅਸੀਂ ਲਿਖਣੀ ਹੁੰਦੀ ਆ। ਇਸ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਵਾਈਟ ਸ਼ੀਟਸ ਦੀ ਜ਼ਰੂਰਤ ਹੁੰਦੀ ਹੈਗੀ ਆ, ਇੱਦਾਂ ਦੀਆਂ ਵਾਈਟ ਸ਼ੀਟਸ। ਠੀਕ ਹੈ, ਤਾਂ ਮੈਂ ਨੋਰਮਲੀ ਰਫਲੀ ਕਾਪੀ ਦੇ ਉੱਪਰ ਲਿਖਿਆ ਹੋਇਆ, ਤੁਸੀਂ ਇੱਦਾਂ ਨਹੀਂ ਲਿਖਣਾ, ਤੁਸੀਂ ਵਾਈਟ ਸ਼ੀਟਸ ਦੇ ਉੱਪਰ ਲਿਖਣਾ ਹੈਗਾ। ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਨਾਓ ਸਭ ਤੋਂ ਪਹਿਲਾਂ ਜਿਹੜਾ ਫਸਟ ਪੇਜ ਹੁੰਦਾ ਗਾ, ਨੋਰਮਲੀ ਅਸੀਂ ਕੇਸ ਸਟੱਡੀ ਦੇ ਵਿੱਚ ਕੇਅਰ ਪਲਾਨ ਦੇ ਵਿੱਚ ਇੱਦਾਂ ਹੀ ਬਣਾਉਂਦੇ ਹਾਂ। ਉੱਪਰ ਲਿਖਦੇ ਹੈਗੇ ਆ ਪ੍ਰੈਜੈਂਟੇਸ਼ਨ ਔਨ ਬ੍ਰੌਂਕਾਈਟਿਸ। ਜੇਕਰ ਤੁਹਾਡਾ ਕੇਅਰ ਪਲਾਨ ਹੈਗਾ ਤਾਂ ਅਸੀਂ ਇੱਥੇ ਕੇਅਰ ਪਲਾਨ ਲਿਖਦੇ ਹਾਂ। ਠੀਕ ਹੈ, ਤਾਂ ਇੱਥੇ ਸਬਜੈਕਟ ਕਿਹੜੇ ਸਬਜੈਕਟ ਦੀ ਤੁਸੀਂ ਬਣਾ ਰਹੇ ਆ, ਪੀਡੀਆਟ੍ਰਿਕ ਦੀ, ਸਰਜੀਕਲ, MS1 ਦੀ, ਮੈਡੀਕਲ ਸਰਜੀਕਲ 2 ਦੀ ਜਾਂ 1 ਦੀ, ਜੋ ਵੀ ਤੁਸੀਂ ਤੁਹਾਡਾ ਸਬਜੈਕਟ ਹੈਗਾ ਇੱਥੇ ਲਿਖਣਾ ਹੈਗਾ। ਸਬਮਿਟਡ ਟੂ, ਇੱਥੇ ਟੀਚਰ ਦਾ ਨੇਮ ਆ ਜਾਊਗਾ, ਨੀਚੇ ਨਰਸਿੰਗ ਟਿਊਟਰ। ਸਬਮਿਟਡ ਬਾਏ, ਇੱਥੇ ਤੁਹਾਡਾ ਨੇਮ, ਕਲਾਸ ਐਂਡ ਰੋਲ ਨੰਬਰ। ਸਬਮਿਟਡ ਔਨ, ਤੁਸੀਂ ਕਿਹੜੀ ਡੇਟ ਨੂੰ ਜਿਹੜਾ ਸਬਮਿਟ ਕਰਵਾ ਰਹੇ ਹੈਗੇ ਆ। ਉਸ ਤੋਂ ਬਾਅਦ ਜਿਹੜਾ ਸੈਕਿੰਡ ਪੇਜ ਆਉਂਦਾ ਹੈਗਾ, ਉਸ ਦੇ ਉੱਪਰ ਤੁਸੀਂ ਲਿਖਣਾ ਹੁੰਦਾ ਲੈਸਨ ਪਲਾਨ। ਉਸ ਦੇ ਵਿੱਚ ਨੇਮ ਆਫ ਦਾ ਸਟੂਡੈਂਟ, ਇੱਥੇ ਤੁਹਾਡਾ ਆਪਣਾ ਨੇਮ ਆਵੇਗਾ। ਇੱਥੇ ਕਲਾਸ, ਤੁਹਾਡੀ ਕਲਾਸ ਡਿਊਰੇਸ਼ਨ ਆਫ ਪ੍ਰੈਜੈਂਟੇਸ਼ਨ, ਜਿਹੜੀ ਤੁਸੀਂ ਪ੍ਰੈਜੈਂਟੇਸ਼ਨ ਕਿੰਨਾ ਟਾਈਮ ਲੈ ਰਹੇ ਆ, 30 ਮਿੰਟ ਤੋਂ ਘੱਟ ਨਹੀਂ ਹੋਣੀ ਚਾਹੀਦੀ ਇਹ। ਠੀਕ ਹੈ, ਪਲੇਸ ਕਿੱਥੇ ਤੁਸੀਂ ਉਹਨੂੰ, ਕਿਹੜਾ ਤੁਹਾਡਾ ਕਾਲਜ ਹੈਗਾ, ਜਿੱਥੇ ਤੁਹਾਡਾ ਕਾਲਜ ਹੈਗਾ ਉੱਥੋਂ ਜਗ੍ਹਾ ਦਾ ਨੇਮ ਆਊਗਾ। ਟੌਪਿਕ ਤੁਹਾਡਾ ਕਿਹੜਾ ਟੌਪਿਕ ਹੈਗਾ। ਠੀਕ ਹੈ, ਉਸ ਤੋਂ ਬਾਅਦ AVAs ਤੁਸੀਂ ਕੀ ਯੂਜ਼ ਕਰ ਰਹੇ, ਜੇਕਰ ਤੁਸੀਂ ਚਾਰਟ ਯੂਜ਼ ਕਰ ਰਹੇ ਆ ਜਾਂ ਫਲੈਸ਼ ਕਾਰਡ ਯੂਜ਼ ਕਰ ਰਹੇ ਆ, ਤੁਸੀਂ ਉਹੀ ਇੱਥੇ ਲਿਖਣਾ ਹੈਗਾ। ਜੇਕਰ ਤੁਸੀਂ ਚਾਰਟ ਨਹੀਂ ਯੂਜ਼ ਕਰ ਰਹੇ ਤਾਂ ਨਹੀਂ ਲਿਖਣਾ, ਓਨਲੀ ਫਲੈਸ਼ ਕਾਰਡਸ। ਵੈਸੇ ਚਾਰਟ ਐਂਡ ਫਲੈਸ਼ ਕਾਰਡ ਦੋਨੋਂ ਹੋਣੇ ਚਾਹੀਦੇ ਆ, ਇੱਕ ਨਾਲ ਵੀ ਟੀਚਰ ਨਾਲ ਤੁਸੀਂ ਆਪਦੀ ਸਲਾਹ ਕਰ ਸਕਦੇ ਆ। ਸਬਜੈਕਟ ਕਿਹੜਾ ਤੁਹਾਡਾ ਸਬਜੈਕਟ ਹੈਗਾ। ਨੈਕਸਟ ਮੈਥਡ ਆਫ ਟੀਚਿੰਗ, ਇੱਥੇ ਆਊਗਾ ਲੈਕਚਰ ਐਂਡ ਡਿਸਕਸ਼ਨ। ਠੀਕ ਹੈ, ਨੈਕਸਟ ਆਊਗਾ ਲੈਂਗੁਏਜ, ਪੰਜਾਬੀ ਪਲੱਸ ਇੰਗਲਿਸ਼। ਪ੍ਰੀਵੀਅਸ ਨੌਲੇਜ, ਇੱਥੇ ਤੁਸੀਂ ਲਿਖਣਾ ਹੈਗਾ ਦਾ ਗਰੁੱਪ ਹੈਵ ਸਮ ਨੌਲੇਜ ਅਬਾਊਟ ਦਿਸ ਟੋਪਿਕ। ਨੈਕਸਟ ਸੁਪਰਵਿਜ਼ਨ, ਇੱਥੇ ਟੀਚਰ ਦਾ ਨੇਮ ਆਵੇਗਾ। ਉਸ ਤੋਂ ਬਾਅਦ ਨੈਕਸਟ ਆਉਂਦਾ ਹੈਗਾ ਜਰਨਲ ਓਬਜੈਕਟਿਵ। ਇਹਦੇ ਵਿੱਚ ਲਿਖਣਾ ਹੈਗਾ ਐਟ ਦਾ ਐਂਡ ਆਫ ਦਾ ਟੀਚਿੰਗ ਦਾ ਗਰੁੱਪ ਵਿਲ ਬੀ ਏਬਲ ਟੂ ਐਕਸਪਲੇਨ ਅਬਾਊਟ ਸਾਈਨ ਐਂਡ ਸਿੰਪਟਮ ਆਫ, ਜਿਹੜਾ ਟੌਪਿਕ ਦਾ ਨੇਮ ਹੈਗਾ ਇੱਥੇ ਉਹ ਲਿਖਣਾ ਹੈਗਾ। ਠੀਕ ਹੈ, ਉਸ ਤੋਂ ਨੈਕਸਟ ਲਿਖਣਾ ਹੁੰਦਾ ਸਪੈਸੀਫਿਕ ਓਬਜੈਕਟਿਵ। ਇਸ ਦੇ ਵਿੱਚ ਆਊਗਾ ਐਟ ਦਾ ਐਂਡ ਆਫ ਦਾ ਟੀਚਿੰਗ ਗਰੁੱਪ ਵਿਲ ਬੀ ਏਬਲ ਟੂ ਗਿਵ ਆਨਸਰ ਲਾਈਕ ਦੈਟ ਡੈਫੀਨੇਸ਼ਨ ਇਨ ਲਿਸਟ ਦਾ ਕਾਜ਼ਜ਼ ਆਫ, ਇੱਥੇ ਜਿਹੜਾ ਟੌਪਿਕ ਆਊਗਾ ਸਾਡਾ ਉਹ ਲਿਖਣਾ ਹੈਗਾ। ਵਟ ਆਰ ਦਾ ਸਾਈਨਮ ਸਿੰਪਟਮ ਆਫ ਦਾ ਟੌਪਿਕ। ਠੀਕ ਹੈ, ਵਟ ਆਰ ਦਾ ਟਾਈਪਸ ਆਫ ਬ੍ਰੌਂਕੀਓਲਾਈਟਿਸ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਸਾਡੀ ਹੁੰਦੀ ਹੈ ਪ੍ਰੈਜੈਂਟੇਸ਼ਨ ਸ਼ੁਰੂ, ਜਿਸ ਦਾ ਤੁਸੀਂ ਇਸ ਤਰ੍ਹਾਂ ਜਿਹੜਾ ਵਾਈਟ ਪੇਜ ਦੇ ਉੱਪਰ ਜਿਹੜਾ ਬਣਾਉਣਾ ਹੈਗਾ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਆਊਗਾ ਸੀਰੀਅਲ ਨੰਬਰ, ਸਪੈਸੀਫਿਕ ਓਬਜੈਕਟਿਵ, ਟਾਈਮ, ਕਿੰਨੇ ਟਾਈਮ ਦੇ ਵਿੱਚ ਤੁਸੀਂ ਲੈ ਰਹੇ ਆ ਇਹਨੂੰ ਐਕਸਪਲੇਨ ਕਰਨ ਦੇ ਲਈ, ਕੰਟੈਂਟ। ਠੀਕ ਹੈ, AVAs, ਇੱਥੇ ਜੇ ਤੁਸੀਂ ਵਰਬਲੀ ਦੱਸ ਰਹੇ ਆ ਤਾਂ ਵਰਬਲੀ ਲਿਖਣਾ ਹੈਗਾ। ਜੇ ਚਾਰਟ ਦਾ ਯੂਜ਼ ਕਰ ਰਹੇ ਆ ਚਾਰਟ ਲਿਖਣਾ ਹੈਗਾ, ਜਾਂ ਫਲੈਸ਼ ਕਾਰਡ ਯੂਜ਼ ਕਰ ਰਹੇ ਆ, ਜੋ ਵੀ ਯੂਜ਼ ਕਰ ਰਹੇ ਆ ਉਹ ਤੁਸੀਂ ਲਿਖਣਾ ਹੈਗਾ। ਨੈਕਸਟ ਹੈਗਾ ਟੀਚਰ ਲਰਨਿੰਗ ਓਬਜੈਕਟਿਵ, ਇੱਥੇ ਆਊਗਾ ਲੈਕਚਰ ਕਮ ਡਿਸਕਸ਼ਨ। ਠੀਕ ਹੈ, ਨੈਕਸਟ ਆਊਗਾ ਇਵੈਲੂਏਸ਼ਨ ਦੇ ਵਿੱਚ ਇੱਥੇ ਕੁਛ ਨਹੀਂ ਲਿਖਣਾ ਹੈਗਾ। ਜਿਹੜਾ ਡੈਫੀਨੇਸ਼ਨ ਹੋਊਗੀ ਇੱਥੇ ਲਿਖਣਾ ਹੈਗਾ ਗਰੁੱਪ ਅੰਡਰਸਟੈਂਡ ਦਾ ਡੈਫੀਨੇਸ਼ਨ ਆਫ ਦਾ ਬ੍ਰੌਂਕੀਓਲਾਈਟਿਸ। ਠੀਕ ਹੈ, ਇਸ ਦੇ ਵਿੱਚ ਸਭ ਤੋਂ ਪਹਿਲਾਂ ਆਊਗਾ ਇੰਟਰੋਡਕਸ਼ਨ ਦੇ ਵਿੱਚ ਆਪਾਂ ਜਿਹੜਾ ਆਪਣੇ ਬਾਰੇ ਦੱਸਣਾ ਹੁੰਦਾ ਗਾ। ਜਿੱਦਾਂ ਕਿ ਮੰਨ ਕੇ ਚਲੋ ਤੁਹਾਡੀ ਪ੍ਰੈਜੈਂਟੇਸ਼ਨ ਤੁਸੀਂ ਸਟਾਰਟ ਕੀਤੀ ਹੈਗੀ ਆ, ਤਾਂ ਬਲੈਕ ਬੋਰਡ ਦੇ ਉੱਪਰ ਜਿਹੜਾ ਚਾਰਟ ਲਗਾਉਣਾ ਹੈਗਾ। ਠੀਕ ਹੈ, ਉਸ ਤੋਂ ਬਾਅਦ ਜਿਹੜੀ ਪ੍ਰੈਜੈਂਟੇਸ਼ਨ ਹੈਗੀ ਆ ਸਟਾਰਟ ਕਰਨੀ ਆ। ਸਭ ਤੋਂ ਪਹਿਲਾਂ ਤੁਸੀਂ ਦੱਸੋਗੇ ਮਾਈ ਨੇਮ ਇਜ਼, ਜੋ ਵੀ ਤੁਹਾਡਾ ਨੇਮ ਹੈਗਾ, ਆਈ ਐਮ ਸਟੂਡੈਂਟ ਆਫ ਡੈਸ਼ ਕਲਾਸ ਆਫ ਡੈਸ਼ ਕਾਲਜ ਇਨ, ਕਾਲਜ ਔਰ ਇੰਸਟੀਟਿਊਟ ਇਨ, ਜੋ ਵੀ ਪਲੇਸ ਹੈਗੀ ਉੱਥੇ ਤੁਸੀਂ ਲਿਖਣਾ ਹੈਗਾ। ਨੈਕਸਟ ਅਨਾਊਂਸਮੈਂਟ ਆਫ ਦਾ, ਟੂ ਅਨਾਊਂਸ ਦਾ ਟੌਪਿਕ, ਇੱਥੇ ਆ ਜਾਊਗਾ ਅਨਾਊਂਸਮੈਂਟ ਆਫ ਦਾ ਟੌਪਿਕ। ਟੂਡੇ ਆਈ ਵਿਲ ਟੀਚ ਯੂ ਅਬਾਊਟ ਦਾ, ਟੌਪਿਕ ਦਾ ਨੇਮ ਲਿਖਣਾ ਹੈਗਾ। ਅਤੇ ਨੈਕਸਟ ਆਊਗਾ ਟੂ ਰਿਵਿਊ ਦਾ ਨੌਲੇਜ ਆਫ ਟੌਪਿਕ ਅਸੈਸਮੈਂਟ, ਡੂ ਯੂ ਹੈਵ ਐਨੀ ਆਈਡੀਆ ਅਬਾਊਟ ਬ੍ਰੌਂਕੀਓਲਾਈਟਿਸ। ਠੀਕ ਹੈ, ਤੁਸੀਂ ਪੁੱਛੋਗੇ ਕਿ ਡੂ ਯੂ, ਇੰਗਲਿਸ਼ ਦੇ ਵਿੱਚ ਪੁੱਛ ਸਕਦੇ ਆ ਜਾਂ ਪੰਜਾਬੀ ਦੇ ਵਿੱਚ, ਤੁਹਾਡੀ ਮਰਜ਼ੀ ਹੈਗੀ ਆ। ਜ਼ਿਆਦਾ ਇੰਗਲਿਸ਼ ਦੇ ਵਿੱਚ ਜ਼ਿਆਦਾ ਬੈਟਰ ਰਹੂਗਾ। ਕਹਿਣਾ ਹੈਗਾ ਡੂ ਯੂ ਹੈਵ ਐਨੀ ਆਈਡੀਆ ਅਬਾਊਟ ਬ੍ਰੌਂਕੀਓਲਾਈਟਿਸ। ਜੇਕਰ ਕੋਈ ਆਨਸਰ ਦਿੰਦਾ ਹੈਗਾ ਤਾਂ ਠੀਕ ਹੈ, ਨਹੀਂ ਤਾਂ ਕਹਿਣਾ ਹੈਗਾ ਡੋਂਟ ਵਰੀ ਆਈ ਵਿਲ ਐਕਸਪਲੇਨ।
ठीक है। इस लिखना हैगा डेफिनेशन ऑफ ब्रोंकियोलाइटिस। डेफिनेशन ऑफ ब्रोंकियोलाइटिस। नाउ साडा टॉपिक शुरू हुंदा हैगा। ब्रोंकियोलाइटिस की हैगा। ब्रोंकियोलाइटिस इज़ एन एक्यूट इन्फ्लामेटरी प्रोसैस ऑफ द ब्रोंक्यूल्स एंड स्मॉल ब्रोंकाई। इट इज़ कॉमन लंग इन्फैक्शन। जी ब्रोंक्यूल्स की हैगा, साडे जिहड़े लंग्स हुंदे हैगे आ, मैं रफली डायग्राम बनाया, देखो जिद्दां कि लंग्स हो गए है ना, लंग्स हो गए, जिहड़ी आ हो गई ब्रोंची। ब्रोंची की स्पैलिंग की हुंदी आ, ब्रोंची, ठीक है। आ वाली हो गई वड्डी ब्रांची। तो जिहड़ियां इत्थे समाल जिहड़ियां इहदियां ब्रांचेस होणगियां उन्हां नूं की बोलदे आ, ब्रोंकीओल्स। जिहड़ी ब्रोंची तो डिसीज़ बनदी आ उहनूं बोलदे आ ब्रोंचाइटिस, CHITIS लग जांदा। जिहड़ी ब्रोंकीओल्स दी हुंदी आ डिसीज़ है ना, उहनूं ब्रोंकीओलाइटिस कहंदे आ, ठीक है। इन्हां दे विच थोड़ा जिहा डिफरेंस हैगा। जिहड़ी ब्रोंकाइटिस हुंदी आ ये थोड़ी ज़्यादा हुंदी है, लार्ज, मतलब थोड़ी सीवियर टाइप आ जाती हैगी आ। जिहड़ी ब्रोंकीओल्स हुंदी आ ये कॉमन हुंदी हैगी आ, ठीक है। इन्हां दे विच कन्फ्यूज़ नहीं होना। ब्रोंक इज़ स्मॉल ब्रोंकाई। इट इज़ कॉमन लंग इन्फैक्शन। लंग्स की जिहड़ी कॉमनली इन्फैक्शन हैगी आ। वाइल मोस्ट केसिस कैन बी ट्रीटेड एट होम। इनू असीं घरां दे विच आम ट्रीट कर लैने हैगे आ। इट आल्सो लीडिंग रीजन इन्फेंट एट आर एडमिटेड एट हॉस्पिटल। जेकर इन्फेंट नूं हो जांदी, कई वारी कारण बन जांदा कि इन्फेंट्स नूं असीं इन्फेंट जिहड़े हुंदे आ 1 साल तक दा बेबी हुंदा जिहड़ा उहनूं इन्फेंट बोलदे आ, उहनां नूं हॉस्पिटल दे विच एडमिट करना पैंदा हैगा। नैक्सट तुसीं लिखना हैगा एक्सप्लेन द कॉजेज ऑफ ब्रोंकियोलाइटिस। की ये कारण हो सकते हैं। इट इज़ यूजली कॉज्ड बाय वायरल इन्फैक्शन। जिहड़ा वायरस कोई भी हैगा है ना, इन्फैक्शन कॉज करदा, वो साडे लंग्स के अंदर चला जाता। उहदे करके जिहड़ी इहदियां लंग्स दियां जिहड़ियां लेयर्स हुंदियां ब्रोंकियोलाइटिस है ना, उहदे विच इन्फ्लामेशन हो जाती हैगी आ। तो आ देखो जिहड़ा ये लंग्स हैगा, ठीक है, आ इहदियां हैगियां बरीक जिहड़ियां शाखावां हैगियां ब्रोंकियोलाइटिस, ठीक है। आ तां हैगियां नॉर्मल, तो ये वाली जिहड़ी हैगी जिहदी इन्फ्लामेशन हो जूगी, एक तो इन्फ्लेम्ड होगी, तो इहदा जिहड़ा रास्ता हैगा घट जूगा है ना, तो जिहदे करके जिहड़ी एयर पास होने च डिफिकल्टी आऊगी, ठीक है। कॉजेस नैक्सट हैगा इंकलूडिंग फ्लू, जिस दे विच फ्लू आ जाता हैगा मोस्टली इन चिल्ड्रनस। वर्ड्स कॉल्ड RSV, जिहड़ा रेस्पिरेटरी सैनिट्रिकल वायरस हैगा, ये कॉज करता हैगा। इन सीवियर केसेस इट कैन कॉज नमूनीआ। जो ये सीवियर हो जाती हैगी है तो ये नमूनीआ बन जाता हैगा, ठीक है। तो इधर तुसीं लिखना हैगा ओरली, तुसीं ओरली ही दस रहे हैं है ना। तो जिहड़े कॉजेज हैगे, जेकर तुसीं कॉजेज के फ्लैश कार्ड बनाए तो तुसीं इत्थे लिख देना फ्लैश कार्ड्स, ठीक है। लैक्चर कम डिस्कशन इस लिखना हैगा ग्रुप अंडरस्टैंड द कॉजेज ऑफ ब्रोंकियोलाइटिस, ठीक है। तो नैक्सट लिखना हैगा सीरियल नंबर 6 स्पैसीफिक ऑब्जैक्टिव टू एक्सप्लेन द साइन एंड सिम्पटम। इत्थे तुसीं कितना टाइम लै रहे हैं, जेकर तुसीं 3 मिनट लै रहे हैं तो तुसीं 3 मिनट लिखना हैगा। टोटल जिहड़ी तुहाडी हैगी इहदे विच 35 या 30 तो घट नहीं होने चाहिए, ठीक है। तुसीं ओह टाइम मैनेज करना हैगा अपने अकॉर्डिंग। साइनम सिम्पटम्स, साइनम सिम्पटम की होंगे रनी नोज, कफ, लो ग्रेड फीवर, स्टफी नोज एंड लॉस ऑफ एपेटाइट, मतलब भुख घट लगना। इत्थे तुसीं जेकर चार्ट का यूज़ कर रहे हैं तो चार्ट लिखना, फ्लैश कार्ड का यूज़ कर रहे हैं फ्लैश कार्ड लिखना हैगा लैक्चर कम डिस्कशन। इवैल्यूएशन दे आ जाऊगा ग्रुप अंडरस्टैंड द साइनम सिम्पटम ऑफ ब्रोंकियोलाइटिस, ठीक है। तो नैक्सट तुसीं लिखना हैगा स्पैसीफिक ऑब्जैक्टिव दे विच टू एक्सप्लेन डायगनोस्टिक इवैल्यूएशन। तो इत्थे डायगनोस्टिक इवैल्यूएशन भी लिख सकते हैं। उहदे विच की आऊगी किहड़े टैसट कीते जांदे आ। चैस्ट एक्सरे कीता जांदा हैगा, ब्लड टैसट कीता जांदा, CBC कीता जांदा, पल्स ऑक्सीमीट्री एंड नेजल फ्रेंजियल कीता जांदा हैगा, हैल्थ हिस्टरी लई जांदी है, फिजिकल एग्जामिनेशन कीता जांदा। ये 2 पॉइंट तुसीं ऐड कर सकते हैं। ਲੈਬੋਰਟਰੀ ਤੇ ਡਾਇਗਨੋਸਟਿਕ ਟੈਸਟ ਦੇ ਵਿੱਚ ਕੀ ਆ ਜਾਂਦਾ ਹੈਗਾ ਪਲਸ ਆਕਸੀਮੀਟਰ, ਆਕਸੀਜਨ ਸੈਚੂਰੇਸ਼ਨ ਮਾਈਟ ਬੀ ਸਿਗਨੀਫੀਕੈਂਟਲੀ ਡਿਕਰੀਜ਼। ਤੁਹਾਡੀ ਜਿਹੜੀ ਸੈਚੂਰੇਸ਼ਨ ਹੈਗੀ ਆ ਟਿਸ਼ੂਜ਼ ਦੇ ਵਿੱਚ, ਬਲੱਡ ਦੇ ਵਿੱਚ ਆਕਸੀਜਨ ਉਹ ਘਟ ਸਕਦੀ ਹੈ, ਉਹਨੂੰ ਚੈੱਕ ਕਰਨ ਦੇ ਲਈ ਪਲਸ ਆਕਸੀਮੀਟਰ ਨਾਲ ਜਿਹੜੀ ਸੈਚੂਰੇਸ਼ਨ ਚੈੱਕ ਕੀਤੀ ਜਾਂਦੀ ਹੈ। ਚੈਸਟ ਐਕਸਰੇ ਕੀਤਾ ਜਾਂਦਾ ਹੈਗਾ। blood gases might slow carbon dioxide retention and hypoxemia भी ਜਿਹੜੀ ਕਾਰਬਨ ਡਾਈਆਕਸਾਈਡ ਹੈਗੀ ਆ ਲੰਗਸ ਦੇ ਵਿੱਚ ਰਿਟੈਂਸ਼ਨ ਤਾਂ ਨਹੀਂ ਹੋ ਰਹੀ, ਉਹਦੇ ਕਰਕੇ ਟੈਸਟ ਕੀਤਾ ਜਾਂਦਾ। ਇਹ ਟੈਸਟ ਹੁੰਦਾ ਹੈਗਾ ਮੇਨ ਕੀ ਹੈਗਾ ਜਿਹੜਾ ਇੱਕ ਪਾਈਪ ਦੇ ਥਰੂ, ਨੋਜ਼ ਦੇ ਥਰੂ ਲੰਗਸ ਦੇ ਵਿੱਚ
ਪਾਈਪ ਇਨਸਰਟ ਕੀਤੀ ਜਾਂਦੀ, ਜਿਹੜੀ ਵੀ ਉੱਥੇ ਮਿਊਕਸ ਫਾਰਮੇਸ਼ਨ ਹੋਈ ਹੁੰਦੀ ਹੈ, ਪਸ ਫਾਰਮੇਸ਼ਨ ਹੋਈ ਹੁੰਦੀ ਹੈ, ਹੈ ਨਾ, ਉਹਦਾ ਸੈਂਪਲ ਲਿਆ ਜਾਂਦਾ ਹੈਗਾ ਤਾਂ ਚੈੱਕ ਕੀਤਾ ਜਾਂਦਾ ਉਹਦੇ ਵਿੱਚ ਕਿਹੜਾ ਵਾਇਰਸ ਪ੍ਰੈਜੈਂਟ ਹੈਗਾ। ਠੀਕ ਹੈ, ਨੈਕਸਟ ਲਿਖਣਾ ਹੈਗਾ ਟੂ ਐਕਸਪਲੇਨ ਮੈਨੇਜਮੈਂਟ। ਇਹਦੇ ਵਿੱਚ ਫਸਟ ਆਊਗੀ ਮੈਡੀਕਲ ਮੈਨੇਜਮੈਂਟ। ਮੈਡੀਕਲ ਮੈਨੇਜਮੈਂਟ ਦੇ ਵਿੱਚ ਤੁਸੀਂ ਲਿਖਣੀ ਹੁੰਦੀ ਹੈਗੀ ਆ ਟੈਬਲੇਟ ਲਿਖਣੀ ਹੁੰਦੀ ਆ ਵੀ ਅਸੀਂ ਕਿਹੜੀ ਉਹਨੂੰ ਟਰੀਟਮੈਂਟ ਦੇ ਰਹੇ ਹਾਂ। ਗਿਵ ਐਂਟੀਬਾਇਓਟਿਕਸ, ਜਿੱਦਾਂ ਕਿ ਅਜ਼ਿਥਰੋਮਾਈਸਿਨ ਇਨ ਅਡਲਟ 'ਚ ਦਿੱਤੀ ਜਾਂਦੀ ਹੈਗੀ ਆ। ਤੁਸੀਂ ਇਹਨੂੰ ਜੇ ਜ਼ਿਆਦਾ ਬਰੋਡ ਕਰਨਾ ਹੈਗਾ ਤਾਂ ਉਹਦੀ ਕਿੰਨੀ ਏਜ ਕਿੰਨੀ ਦਿੱਤੀ ਜਾਂਦੀ ਹੈਗੀ ਆ, ਸਾਲਟ ਨੇਮ, ਠੀਕ ਹੈ, ਡੋਜ਼ ਕਿੰਨੀ ਦੇਣੀ ਹੁੰਦੀ ਆ, ਉਹ ਸਭ ਕੁਝ ਲਿਖ ਸਕਦੇ ਹਾਂ। ਪ੍ਰੋਵਾਈਡ ਨੋਸਿਸ ਡਰੋਪਸ, ਨੇਜ਼ਲ ਡਰੋਪਸ, ਗਿਵ ਆਕਸੀਜਨ ਥੈਰੇਪੀ। ਠੀਕ ਹੈ, ਉਸ ਤੋਂ ਬਾਅਦ ਆ ਜਾਂਦੀ ਹੈਗੀ ਆ ਨਰਸਿੰਗ ਮੈਨੇਜਮੈਂਟ। ਨਰਸਿੰਗ ਮੈਨੇਜਮੈਂਟ ਦੇ ਵਿੱਚ ਕੀ ਆ ਜਾਊਗਾ, ਰਿਕਾਰਡ ਵਾਈਟਲ ਸਾਈਨਸ ਐਂਡ ਇਨਪੁਟ ਆਊਟਪੁੱਟ ਚਾਰਟ, notify doctor for changes of the patient condition urgently, administer IV fluid, encourage the patient to take fluids। ਜਿਹੜੇ ਵਾਈਟਲ ਸਾਈਨ ਟਾਈਮ ਟੂ ਟਾਈਮ ਚੈੱਕ ਕਰਦੇ ਰਹਿਣਾ ਚਾਹੀਦਾ ਹੈਗਾ। ਠੀਕ ਹੈ, ਕੋਈ ਵੀ ਚੇਂਜਸ ਆ ਰਹੀਆਂ ਪੇਸ਼ੈਂਟ ਦੇ ਵਿੱਚ ਉਹ ਜਾ ਕੇ ਡਾਕਟਰ ਨੂੰ ਦੱਸਣਾ ਹੈਗਾ। IV ਫਲੂਇਡ ਮੇਨਟੇਨ ਕਰਕੇ ਰੱਖਣੀ ਹੈਗੀ ਆ। ਪੇਸ਼ੈਂਟ ਨੂੰ ਕੁਛ ਵੀ ਲਿਕੁਇਡ ਪੀਣ ਦੇ ਲਈ ਦੇਣਾ ਹੈਗਾ। ਡਾਈਟ ਉਹਦੀ ਮੇਨਟੇਨ ਕਰਕੇ ਰੱਖਣੀ ਹੈਗੀ ਆ। ਨੈਕਸਟ ਹੈਗਾ ਪ੍ਰਿਸਕ੍ਰਾਈਬ ਮੈਡੀਸਨ ਸ਼ੁੱਡ ਬੀ ਗਿਵਨ ਟੂ ਦਾ ਪੇਸ਼ੈਂਟ। ਜੋ ਵੀ ਡਾਕਟਰ ਨੇ ਜਿਹੜੀ ਮੈਡੀਸਿਨ ਪ੍ਰਿਸਕ੍ਰਾਈਬ ਕੀਤੀ ਹੈਗੀ ਆ ਉਹ ਪ੍ਰੋਵਾਈਡ ਕਰਨੀ ਹੈ ਟਾਈਮ ਟੂ ਟਾਈਮ। ਗਿਵ ਐਂਟੀਪਾਇਰੈਟਿਕ ਟੂ ਰਿਡਿਊਸ ਫੀਵਰ। ਜੇਕਰ ਪੇਸ਼ੈਂਟ ਨੂੰ ਫੀਵਰ ਹੋ ਰਿਹਾ ਤਾਂ ਉਹਨੂੰ ਐਂਟੀਪਾਇਰੈਟਿਕ ਜਿੱਦਾਂ ਕਿ ਕੋਈ ਵੀ ਮੈਡੀਸਿਨ ਤੁਸੀਂ ਦੇ ਸਕਦੇ ਹੈਗੇ ਆ ਐਂਟੀਪਾਇਰੈਟਿਕ ਹੋਵੇ ਜਿਹੜੀ, ਜਿੱਦਾਂ ਕਿ ਪੈਰਾਸੀਟਾਮੋਲ। ਠੀਕ ਹੈ, The patient should be rest for 1 to 2 hours after taking medicine due to risk of vomiting and hypotension। ਪੇਸ਼ੈਂਟ ਨੂੰ ਕਹਿਣਾ ਹੈਗਾ ਮੈਡੀਸਿਨ ਲੈਣ ਤੋਂ ਬਾਅਦ ਵੀ ਘੰਟਾ 2 ਘੰਟੇ ਰੈਸਟ ਕਰਨੀ ਹੈਗੀ ਆ। ਗਿਵ ਸਾਈਕੋਲੋਜੀਕਲ ਸਪੋਰਟ ਟੂ ਦਾ ਪੇਸ਼ੈਂਟ। ਸਾਈਕੋਲੋਜੀਕਲ ਸਪੋਰਟ ਦੇਣੀ ਹੈਗੀ ਆ ਪੇਸ਼ੈਂਟ ਨੂੰ। ਤਾਂ ਉਸ ਤੋਂ ਬਾਅਦ ਤੁਸੀਂ ਨਰਸਿੰਗ ਮੈਨੇਜਮੈਂਟ ਆਪਣੇ ਕੋਲੋਂ ਵੀ ਐਡ ਕਰ ਸਕਦੇ ਹੈਗੇ ਆ ਜੇ ਤੁਸੀਂ ਇੱਛੁਕ ਹੈਗੇ ਆ। ਉਸ ਤੋਂ ਬਾਅਦ ਟੂ ਐਕਸਪਲੇਨ ਪ੍ਰੀਵੈਂਸ਼ਨ ਅਬਾਊਟ, ਜਿਹੜਾ ਟੌਪਿਕ ਦਾ ਨੇਮ ਹੈਗਾ ਪ੍ਰੀਵੈਂਸ਼ਨ ਕੀ ਹੈਗਾ, ਬ੍ਰੌਂਕੀਓਲਾਈਟਿਸ ਇਨ ਕੰਟੇਜੀਅਸ ਵਾਇਰਲ ਇਨਫੈਕਸ਼ਨ ਸਪਰੈਡ ਥਰੂ ਡ੍ਰੌਪਲੇਟ ਇਨ ਦਾ ਏਅਰ। ਵੀ ਜਿਹੜੀ ਇਹ ਇਨਫੈਕਸ਼ਨ ਹੈਗੀ ਆ ਇਹ ਆਪਾਂ ਨੂੰ ਏਅਰ ਦੇ ਥਰੂ ਆਪਾਂ ਨੂੰ ਹੁੰਦੀ ਹੈਗੀ ਆ, ਹੈ ਨਾ, ਡ੍ਰੌਪਲੇਟ ਇਨਫੈਕਸ਼ਨ ਹੈਗੀ ਆ। ਤਾਂ ਇਹਦੇ ਲਈ ਅਸੀਂ ਕੀ ਪ੍ਰੀਵੈਂਸ਼ਨ ਕਰ ਸਕਦੇ ਹਾਂ, ਸਟੇ ਅਵੇ ਫਰੋਮ ਅਦਰਸ ਹੂ ਆਰ ਸਿੱਕ। ਜਿਨ੍ਹਾਂ ਨੂੰ ਕੋਲਡ ਹੈਗਾ ਜਾਂ ਕੋਈ ਵੀ ਲੰਗਸ ਡਿਸੀਜ਼ ਹੈਗੀ ਆ ਉਹਨਾਂ ਤੋਂ ਦੂਰ ਰਹਿਣਾ ਹੈਗਾ ਤਾਂ ਕਿ ਉਹਨਾਂ ਤੋਂ ਜਿਹੜੀ ਇਹ ਆਪਾਂ ਨੂੰ ਨਾ ਹੋ ਸਕੇ। ਪ੍ਰੈਕਟਿਸ ਗੁੱਡ ਹੈਂਡ ਵਾਸ਼ਿੰਗ। ਜਿਹੜੀ ਹੈਂਡ ਵਾਸ਼ਿੰਗ ਹੈਗੀ ਆ ਗੁੱਡ ਕਰਨੀ ਚਾਹੀਦੀ ਹੈਗੀ ਆ, ਚੰਗੀ ਤਰ੍ਹਾਂ ਸਾਫ਼ ਸਫਾਈ ਰੱਖਣੀ ਚਾਹੀਦੀ ਆ, ਹੱਥ ਚੰਗੀ ਤਰ੍ਹਾਂ ਧੋਣੇ ਚਾਹੀਦੇ ਆ। ਅਵੋਇਡ ਸਮੋਕਿੰਗ ਇਨ ਹੋਮ। ਸਮੋਕਿੰਗ ਨੂੰ ਅਵੋਇਡ ਕਰਨਾ, ਰੋਕਣਾ ਹੈਗਾ, ਰੋਕ ਲਗਾਉਣੀ ਚਾਹੀਦੀ ਆ। ਡਿਸਇਨਫੈਕਟ ਸਰਫੇਸ ਟੋਇਜ਼ ਐਂਡ ਆਬਜੈਕਟਿਵ ਦੈਟ ਯੂ ਐਂਡ ਯੂਅਰ ਕਿਡਸ ਆਫਟਨ ਟੱਚ। ਜਿਹੜੀ ਡਿਸਇਨਫੈਕਟ ਮਤਲਬ ਕਿ ਉਹਨਾਂ ਨੂੰ ਸਾਫ਼ ਕਰਕੇ ਰੱਖਣੇ ਹੈਗੇ ਆ। ਸਰਫੇਸ ਨੂੰ ਟੋਇਜ਼ ਜਾਂ ਕੋਈ ਵੀ ਆਬਜੈਕਟ ਹੈਵੇ ਜਿਨ੍ਹਾਂ ਨੂੰ ਤੁਸੀਂ ਮੋਸਟਲੀ ਟੱਚ ਕਰਦੇ ਹੈਗੇ ਆ ਜਾਂ ਤੁਹਾਡੇ ਚਿਲਡਰਨ ਜਿਹੜੇ ਉਹਨਾਂ ਦੇ ਨਾਲ ਖੇਲਦੇ ਹੈਗੇ ਆ। ਇੱਥੇ ਇਵੈਲੂਏਸ਼ਨ ਦੇ ਵਿੱਚ ਆ ਜਾਊਗਾ ਪੀਪਲ ਔਰ ਗਰੁੱਪ ਅੰਡਰਸਟੈਂਡ ਅਬਾਊਟ ਪ੍ਰੀਵੈਂਸ਼ਨ ਆਫ, ਜਿਹੜਾ ਟੌਪਿਕ ਦਾ ਨੇਮ ਹੈਗਾ ਬ੍ਰੌਂਕੀਓਲਾਈਟਿਸ। ਠੀਕ ਹੈ, ਨੈਕਸਟ ਆ ਜਾਊਗਾ ਸਮਰਾਈਜ਼ਡ। ਟੂ ਸਮਰਾਈਜ਼ ਦਾ ਟੌਪਿਕ। ਸਮਰਾਈਜ਼ ਦੇ ਵਿੱਚ ਦੱਸਣਾ ਹੈਗਾ ਜਿੱਦਾਂ ਕਿ ਟੂਡੇ ਆਈ ਐਕਸਪਲੇਨ ਦਾ ਟੌਪਿਕ, ਜਿਹੜਾ ਟੌਪਿਕ ਦਾ ਨੇਮ ਹੈਗਾ ਉਹ ਬ੍ਰੌਂਕੀਓਲਾਈਟਿਸ। ਠੀਕ ਹੈ, ਵਿਚ ਇਨਕਲੂਡ ਵਟ ਇਜ਼ ਇਟਸ ਡੈਫੀਨੇਸ਼ਨ, ਵਟ ਆਰ ਦਾ ਟਾਈਪ, ਵਟ ਆਰ ਇਟਸ ਕਾਜ਼ਿਜ਼, ਵਟ ਆਰ ਇਟਸ ਸਾਈਨਮ ਸਿਮਟਮ, ਲਾਈਕ ਇਟ ਤੁਸੀਂ ਲਿਖਣਾ ਹੈਗਾ। ਠੀਕ ਹੈ, ਤਾਂ ਉਸ ਤੋਂ ਬਾਅਦ ਆ ਜਾਊ ਟੂ ਰੀਕੈਪਚੁਲਾਈਜ਼ ਦਾ ਟੌਪਿਕ। ਰੀਕੈਪਚੁਲਾਈਜੇਸ਼ਨ ਦੇ ਵਿੱਚ ਕੀ ਲਿਖਣਾ, ਵਟ ਇਜ਼ ਮਲੇਰੀਆ। ਮਤਲਬ ਜਿਹੜੇ ਕੁਐਸਚਨਸ ਹੈਗੇ ਤੁਸੀਂ ਤੁਹਾਡੀ ਜਿਹੜੀ ਆਡੀਅנס ਸੀਗੀ ਉਹਨਾਂ ਨੂੰ ਪੁੱਟ ਕਰਨੇ ਹੈਗੇ ਆ। ਵਟ ਆਰ ਇਟਸ ਸਾਈਨਮ ਸਿਮਟਮ, ਵਟ ਆਰ ਇਟਸ ਮੈਨੇਜਮੈਂਟ, ਹਾਊ ਟੂ ਕੈਨ ਗਿਵ ਕੇਅਰ ਐਟ ਹੋਮ। ਠੀਕ ਹੈ ਫਰੈਂਡਸ, ਇਹ ਸੀਗੀ ਸਾਡੀ ਅੱਜ ਦੀ ਵੀਡੀਓ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ। ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੇਕਰ ਚੰਗੀ ਲੱਗੇ ਤਾਂ, ਅਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ। ਥੈਂਕ ਯੂ।